ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੋਕਡਾਊਨ ਦੇ ਦਿਨਾਂ ਦੇ ਵਿੱਚ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਨਾਲ ਨਾਲ ਮਨ ਲਾ ਕੇ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅੱਜ ਇਸੇ ਤਹਿਤ ਜੋ ਆਪਣੀ ਆਨਲਾਈਨ ਸਟੱਡੀ ਚੱਲ ਰਹੀ ਹੈ, ਮੈਂ ਤੁਹਾਡੇ ਨਾਲ 9th ਕਲਾਸ ਦੇ ਚੈਪਟਰ 5ਵਾਂ ਅਧਿਆਏ ਸੈੱਲ ਜੀਵਨ ਦੀ ਇੱਕ ਮੁੱਢਲੀ ਇਕਾਈ ਬਾਰੇ ਗੱਲਬਾਤ ਕਰਾਂਗਾ। ਮੈਂ ਵਰਿੰਦਰ ਸਿੰਘ ਸੰਧੂ, ਸਾਇੰਸ ਟੀਚਰ, ਸਰਕਾਰੀ ਹਾਈ ਸਕੂਲ ਦੀਵਾਨਾ, ਤੁਹਾਡੇ ਨਾਲ ਅੱਜ ਸੈੱਲ ਅਧਿਆਏ ਬਾਰੇ ਗੱਲਬਾਤ ਕਰਾਂਗਾ। ਬੱਚਿਓ, ਕੀ ਤੁਸੀਂ ਸੈੱਲ ਬਾਰੇ ਕਦੇ ਸੁਣਿਆ ਹੈ ਕਿ ਇਹ ਸਾਡੇ ਜੀਵਨ ਦੀ ਇੱਕ ਮੁੱਢਲੀ ਇਕਾਈ ਹੈ? ਕੀ ਤੁਸੀਂ ਸੈੱਲ ਨੂੰ ਕਦੇ ਪਹਿਲਾਂ ਦੇਖਿਆ ਹੈ? ਸ਼ਾਇਦ ਹਾਂ। ਕਿੱਥੇ ਦੇਖਿਆ ਬੇਟੇ? ਬੱਚੋ, 8th ਕਲਾਸ ਦੇ ਵਿੱਚ ਤੁਸੀਂ ਇੱਕ ਕਿਰਿਆ ਕੀਤੀ ਸੀ ਪਿਆਜ਼ ਦੀ ਝਿੱਲੀ ਨੂੰ ਲੈ ਕੇ। ਪਿਆਜ਼ ਦੀ ਝਿੱਲੀ ਨੂੰ ਜੋ ਤੁਸੀਂ ਸੂਖਮਦਰਸ਼ੀ ਥੱਲੇ ਨੀਚੇ ਰੱਖ ਕੇ ਦੇਖਿਆ ਸੀ, ਤਾਂ ਤੁਹਾਨੂੰ ਜੋ ਸਲਾਈਡ ਦੇ ਵਿੱਚ ਇਸ ਵਕਤ ਨਜ਼ਰ ਆ ਰਿਹਾ ਹੈ, ਉਹ ਤੁਹਾਨੂੰ ਡੱਬੇ ਨਜ਼ਰ ਆਏ ਸੀ, ਜਿਨ੍ਹਾਂ ਨੂੰ ਆਪਾਂ ਸੈੱਲ ਕਹਿੰਦੇ ਹਾਂ। ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਾਂਗੇ ਵੱਖ-ਵੱਖ ਤਰ੍ਹਾਂ ਦੇ ਸਜੀਵਾਂ ਬਾਰੇ। ਜਿਵੇਂ ਕਿ ਤੁਹਾਨੂੰ ਸਲਾਈਡ ਦੇ ਵਿੱਚ ਨਜ਼ਰ ਆ ਰਿਹਾ ਹੈ, ਪੌਦੇ, ਮਨੁੱਖ, ਜਾਨਵਰ, ਇਹ ਸਾਰੇ ਸਜੀਵ ਹਨ। ਅਤੇ ਇਹ ਸਜੀਵ ਕਿਉਂ ਹਨ? ਕਿਉਂਕਿ ਇਹ ਸੈੱਲਾਂ ਤੋਂ ਮਿਲ ਕੇ ਬਣੇ ਹਨ। ਇਹ ਜੀਵਤ ਹਨ, ਇਹ ਸਾਹ ਲੈਂਦੇ ਹਨ, ਇਹ ਕਿਰਿਆਵਾਂ ਕਰਦੇ ਹਨ, ਤਾਂ ਕਰਕੇ ਆਪਾਂ ਇਹਨਾਂ ਨੂੰ ਸਜੀਵ ਕਹਿੰਦੇ ਹਾਂ। ਜਿਹੜੀਆਂ ਵਸਤਾਂ ਨਿਰਜੀਵ ਹਨ, ਉਹ ਸਾਹ ਨਹੀਂ ਲੈਂਦੀਆਂ, ਉਹਨਾਂ ਵਿੱਚ ਸੈੱਲ ਨਹੀਂ ਹੁੰਦੇ। ਇੱਕ ਵਾਰ ਤੁਸੀਂ ਡਾਇਗਰਾਮ ਫਿਰ ਦੇਖੋ ਧਿਆਨ ਨਾਲ ਸੈੱਲ ਦੀ। ਇਹ ਉਹ ਡੱਬਿਆਂ ਵਰਗੇ ਆਕਾਰ ਹਨ, ਆਕ੍ਰਿਤੀਆਂ ਹਨ, ਜਿਨ੍ਹਾਂ ਨੂੰ ਆਪਾਂ ਸੈੱਲ ਕਹਿੰਦੇ ਹਾਂ। ਅਤੇ ਇਹਨਾਂ ਨੂੰ ਰੋਬਰਟ ਹੁੱਕ ਨੇ ਸੂਖਮਦਰਸ਼ੀ ਦੇ ਵਿੱਚ ਪਹਿਲੀ ਵਾਰ ਦੇਖਿਆ ਸੀ। ਇਹ ਸੂਖਮਦਰਸ਼ੀ ਦੀ ਖੋਜ ਵੀ ਰੋਬਰਟ ਹੁੱਕ ਨੇ 1665 ਈਸਵੀ ਦੇ ਵਿੱਚ ਕੀਤੀ ਸੀ। ਹੁਣ ਬੱਚਿਓ, ਅੱਗੇ ਆਪਾਂ ਗੱਲ ਕਰਦੇ ਹਾਂ ਮਨੁੱਖੀ ਸਰੀਰ ਦੇ ਵੱਖ-ਵੱਖ ਸੈੱਲਾਂ ਬਾਰੇ। ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਤੁਹਾਨੂੰ ਅਲੱਗ-ਅਲੱਗ ਆਕ੍ਰਿਤੀਆਂ ਦੇ ਅਲੱਗ-ਅਲੱਗ ਸਾਈਜ਼ ਦੇ ਤੁਹਾਨੂੰ ਸੈੱਲ ਨਜ਼ਰ ਆ ਰਹੇ ਹਨ, ਜਿਵੇਂ ਕਿ ਨਾੜੀ ਸੈੱਲ, ਲਹੂ ਸੈੱਲ, ਅੰਡਾਣੂ, ਸ਼ੁਕਰਾਣੂ, ਚਰਬੀ ਸੈੱਲ। ਬੱਚਿਓ ਦੇਖੋ, ਇਹ ਸਾਰੇ ਇਹਨਾਂ ਦੀਆਂ ਆਕ੍ਰਿਤੀਆਂ ਅਲੱਗ-ਅਲੱਗ ਹਨ, ਇਹਨਾਂ ਦੇ ਕਾਰਜ ਵੀ ਅਲੱਗ-ਅਲੱਗ ਹਨ। ਨਾੜੀ ਸੈੱਲ ਦਾ ਕੀ ਕੰਮ ਹੈ, ਅੰਡਾਣੂ ਦਾ ਕੀ ਕੰਮ ਹੈ, ਚਰਬੀ ਸੈੱਲ ਦਾ ਕੀ ਕੰਮ ਹੈ। ਇਹ ਸਾਰੇ ਇੱਕ ਦੂਜੇ ਤੋਂ ਦੇਖਣ ਨੂੰ ਵੀ ਵੱਖ-ਵੱਖ ਹਨ ਅਤੇ ਇਹ ਕੰਮ ਵੀ ਵੱਖ-ਵੱਖ ਕਰਦੇ ਹਨ। ਅੱਗੇ ਜੇ ਆਪਾਂ ਗੱਲ ਕਰੀਏ, ਤੁਹਾਨੂੰ ਅਗਲੇ ਚਿੱਤਰ ਦੇ ਵਿੱਚ ਨਜ਼ਰ ਆ ਰਿਹਾ ਹੈ ਦਿਲ। ਦਿਲ ਦਾ ਬੱਚਿਓ ਕੀ ਕੰਮ ਹੈ? ਦਿਲ ਖੂਨ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚਾਉਂਦਾ ਹੈ। ਆਪਣਾ ਖੂਨ ਦਿਲ ਦੇ ਵਿੱਚ ਆਉਂਦਾ ਹੈ, ਦਿਲ ਉਸ ਨੂੰ ਪੰਪ ਕਰਦਾ ਹੈ ਅਤੇ ਸਰੀਰ ਦੇ ਦੂਰ ਤੋਂ ਦੂਰ ਵਾਲੇ ਖੇਤਰ ਤੱਕ, ਚਾਹੇ ਉਹ ਆਪਾਂ ਦਿਮਾਗ ਦੀ ਗੱਲ ਕਰ ਲਈਏ, ਚਾਹੇ ਆਪਣੇ ਹੱਥਾਂ ਦੀ ਗੱਲ ਕਰ ਲਈਏ, ਚਾਹੇ ਆਪਣੇ ਪੈਰਾਂ ਦੀ ਗੱਲ ਕਰ ਲਈਏ, ਉੱਥੋਂ ਤੱਕ ਇਹ ਪਹੁੰਚਾਉਂਦਾ ਹੈ। ਅਗਲਾ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ, ਮਿਹਦਾ, ਭੋਜਨ ਦੇ ਪਾਚਨ ਵਿੱਚ ਸਹਾਈ ਹੁੰਦਾ ਹੈ, ਭੋਜਨ ਦਾ ਪਾਚਨ ਕਰਦਾ ਹੈ। ਠੀਕ ਹੈ ਜੀ, ਭੋਜਨ ਨੂੰ ਪਚਾ ਕੇ ਇਹ ਭੋਜਨ ਜਿਹੜਾ ਪਚਾਇਆ ਹੋਇਆ ਭੋਜਨ ਹੈ, ਇਹ ਐਨਰਜੀ ਦੇਣ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਸੈੱਲ ਦੇ ਨਿੱਕੜੇ ਅੰਗ ਤੁਹਾਨੂੰ ਨਜ਼ਰ ਆ ਰਹੇ ਹਨ, ਮਾਈਟੋਕੌਂਡਰੀਆ, ਰਾਈਬੋਸੋਮਸ, ਐਂਡੋਪਲਾਜ਼ਮਿਕ ਰੈਟੀਕੂਲਮ, ਕੇਂਦਰਕ, ਜੋ ਕਿ ਯੂਕੈਰੀਓਟਿਕ ਸੈੱਲ ਆ, ਉਹਨਾਂ ਦਾ ਭਾਗ ਹਨ। ਇਹ ਤੁਹਾਨੂੰ ਦੋ ਤਰ੍ਹਾਂ ਦੇ ਸੈੱਲ ਨਜ਼ਰ ਆ ਰਹੇ ਹਨ, ਪ੍ਰੋਕੈਰੀਓਟਿਕ ਸੈੱਲ ਅਤੇ ਯੂਕੈਰੀਓਟਿਕ ਸੈੱਲ। ਖੱਬੇ ਪਾਸੇ ਪ੍ਰੋਕੈਰੀਓਟਿਕ ਸੈੱਲ ਹਨ। ਇਹਨਾਂ ਵਿੱਚ ਜਿਹੜੇ ਨਿੱਕੜੇ ਅੰਗ ਆ, ਜਿਨ੍ਹਾਂ ਨੂੰ ਤੁਸੀਂ ਪਹਿਲੇ ਚਿੱਤਰ ਦੇ ਵਿੱਚ ਦੇਖਿਆ ਹੈ, ਉਹ ਮੌਜੂਦ ਨਹੀਂ ਹੁੰਦੇ। ਸੱਜੇ ਪਾਸੇ ਯੂਕੈਰੀਓਟਿਕ ਸੈੱਲ ਹੈ, ਇਸ ਦੇ ਵਿੱਚ ਸਾਰੇ ਨਿੱਕੜੇ ਅੰਗ ਮੌਜੂਦ ਹੁੰਦੇ ਹਨ। ਮਨੁੱਖ, ਪੌਦੇ, ਇਹ ਸਾਰੇ ਯੂਕੈਰੀਓਟਿਕ ਸੈੱਲ ਹਨ। ਬੈਕਟੀਰੀਆ, ਵਾਇਰਸਸ, ਯੂਗਲੀਨਾ, ਪੈਰਾਮੀਸ਼ੀਅਮ,
ਇਹ ਸਾਰੇ ਪ੍ਰੋਕੈਰੀਓਟਿਕ ਸੈੱਲ ਹਨ ਜਿਨ੍ਹਾਂ ਨੂੰ ਆਪਾਂ ਸੂਖਮਦਰਸ਼ੀ ਦੇ ਨੀਚੇ ਦੇਖਦੇ ਹਾਂ। ਇਹ ਜਿਹੜੇ ਪ੍ਰੋਕੈਰੀਓਟਿਕ ਸੈੱਲ ਹਨ ਇਹ ਇੱਕ ਸੈਲੀ ਜੀਵ ਹਨ। ਇਹ ਇੱਕੋ ਸੈਲੀ ਜੀਵ ਉਹੀ ਇਹਨਾਂ ਦੀ ਬੋਡੀ ਹੁੰਦੀ ਹੈ ਅਤੇ ਇੱਕੋ ਹੀ ਸੈੱਲ ਹੁੰਦਾ ਹੈ। ਅੱਗੇ ਬੱਚੋ ਜੇ ਆਪਾਂ ਗੱਲ ਕਰੀਏ ਸੈੱਲ, ਤਾਂ ਸੈੱਲ ਨੂੰ ਆਪਾਂ 3 ਭਾਗਾਂ ਦੇ ਵਿੱਚ ਵੰਡਦੇ ਹਾਂ: ਪਲਾਜ਼ਮਾ ਝਿੱਲੀ, ਸੈੱਲ ਦਰਵ ਅਤੇ ਕੇਂਦਰਕ। ਅੱਗੇ ਤੁਹਾਨੂੰ ਇਸ ਦੇ ਚਿੱਤਰ ਦੇਖਣ ਨੂੰ ਮਿਲਣਗੇ। ਸਭ ਤੋਂ ਪਹਿਲਾਂ ਪਲਾਜ਼ਮਾ ਝਿੱਲੀ। ਇੱਕ ਵਾਰ ਤੁਸੀਂ ਨਿੱਕੜੇ ਅੰਕਾਂ ਨੂੰ ਫੇਰ ਦੇਖ ਲਓ। ਸਭ ਤੋਂ ਉੱਪਰ ਮਾਈਟੋਕੌਂਡਰੀਆ, ਫਿਰ ਸੱਜੇ ਹੱਥ ਰਾਈਬੋਸੋਮਸ, ਉਸ ਤੋਂ ਨੀਚੇ ਐਂਡੋਪਲਾਜ਼ਮਿਕ ਰੈਟੀਕੂਲਮ, ਅਤੇ ਉਸ ਤੋਂ ਜਿਹੜਾ ਤੁਹਾਨੂੰ ਖੱਬੇ ਪਾਸੇ ਨੀਚੇ ਨਜ਼ਰ ਆ ਰਿਹਾ ਹੈ ਇਸ ਨੂੰ ਆਪਾਂ ਕੇਂਦਰਕ ਕਹਿੰਦੇ ਹਨ। ਇਹ ਯੂਕੈਰੀਓਟਿਕ ਸੈੱਲ ਦੇ ਭਾਗ ਹਨ। ਇਹ ਯੂਕੈਰੀਓਟਿਕ ਸੈੱਲ ਦੇ ਵਿੱਚ ਪਾਏ ਜਾਂਦੇ ਹਨ। ਮਾਈਟੋਕੌਂਡਰੀਆ ਨੂੰ ਆਪਾਂ ਸ਼ਕਤੀ ਘਰ ਵੀ ਕਹਿੰਦੇ ਹਾਂ। ਰਾਈਬੋਸੋਮਸ ਪ੍ਰੋਟੀਨ ਬਣਾਉਣ ਦੇ ਵਿੱਚ ਸਹਾਈ ਹੁੰਦੇ ਹਨ। ਐਂਡੋਪਲਾਜ਼ਮਿਕ ਰੈਟੀਕੂਲਮ ਵੀ ਸਹਾਈ ਹੁੰਦੇ ਹਨ। ਅਤੇ ਜਿਹੜਾ ਕੇਂਦਰਕ ਆ ਉਹਨੂੰ ਡਾਇਰੈਕਟਰ ਆਫ ਦੀ ਸੈੱਲ ਵੀ ਕਿਹਾ ਜਾਂਦਾ ਹੈ। ਬੱਚਿਓ ਪ੍ਰੋਕੈਰੀਓਟਿਕ ਸੈੱਲ ਅਤੇ ਯੂਕੈਰੀਓਟਿਕ ਸੈੱਲ ਤੁਹਾਨੂੰ ਨਜ਼ਰ ਆ ਰਹੇ ਹਨ। ਇਹ ਜੋ ਚਿੱਤਰ ਤੁਹਾਨੂੰ ਖੱਬੇ ਹੱਥ ਨਜ਼ਰ ਆ ਰਿਹਾ ਹੈ ਇਹ ਬੈਕਟੀਰੀਆ ਦਾ ਹੈ ਬੇਟੇ। ਬੈਕਟੀਰੀਆ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸੈੱਲ ਹੁੰਦਾ ਹੈ, ਇਹੀ ਉਹਦੀ ਬੋਡੀ ਹੁੰਦੀ ਹੈ। ਇਹ ਸੈੱਲ ਦੇ 3 ਭਾਗ ਹਨ: ਪਲਾਜ਼ਮਾ ਝਿੱਲੀ, ਸੈੱਲ ਦਰਵ ਅਤੇ ਕੇਂਦਰਕ। ਹੁਣ ਅੱਗੇ ਆਪਾਂ ਇਹਨਾਂ ਦੀ ਡਿਟੇਲ ਦੇ ਵਿੱਚ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਪਲਾਜ਼ਮਾ ਝਿੱਲੀ ਬਾਰੇ, ਸੈੱਲ ਦਰਵ ਬਾਰੇ ਅਤੇ ਕੇਂਦਰਕ ਬਾਰੇ। ਜੋ ਸੈੱਲ ਦਰਵ ਹੁੰਦਾ ਹੈ ਉਹਦੇ ਵਿੱਚ ਹੀ ਸਾਰੇ ਨਿੱਕੜੇ ਅੰਕ ਪਾਏ ਜਾਂਦੇ ਹਨ। ਇਸ ਚਿੱਤਰ ਦੇ ਵਿੱਚ ਬੇਟੇ ਤੁਹਾਨੂੰ ਪਲਾਜ਼ਮਾ ਝਿੱਲੀ ਨਜ਼ਰ ਆ ਰਹੀ ਹੈ। ਦੇਖੋ ਧਿਆਨ ਨਾਲ, ਜਿਹੜੀ ਪਲਾਜ਼ਮਾ ਝਿੱਲੀ ਹੈ ਇਹ 2 ਚੀਜ਼ਾਂ ਤੋਂ ਮਿਲ ਕੇ ਬਣੀ ਹੁੰਦੀ ਹੈ: ਪ੍ਰੋਟੀਨ ਅਤੇ ਚਰਬੀ। ਇਹ ਬੇਟੇ ਇਹਨੂੰ ਜੋ ਤੁਹਾਨੂੰ ਪ੍ਰੋਟੀਨ ਚੈਨਲਸ ਨਜ਼ਰ ਆ ਰਹੇ ਹਨ ਇਹਦੇ ਨਾਲ ਕੀ ਆ, ਇਹਦੇ ਨਾਲ ਆਦਾਨ ਪ੍ਰਦਾਨ ਹੁੰਦਾ ਹੈ। ਕੁਛ ਚੀਜ਼ਾਂ ਨਿਕਾਸ ਕਰਕੇ ਅੰਦਰ ਆਉਂਦੀਆਂ ਹਨ ਅਤੇ ਕੁਛ ਜਿਹੜੀਆਂ ਉਹ ਬੋਡੀ 'ਚੋਂ ਬਾਹਰ ਜਾਂਦੀਆਂ ਹਨ। ਜਾਣੀ ਕਿ ਸੈਮੀ ਪਰਮੀਏਬਲ ਆਪਾਂ ਇਹਨੂੰ ਮੈਂਬਰੇਨ ਕਹਿੰਦੇ ਹਾਂ, ਸੈਮੀ ਪਰਮੀਏਬਲ ਝਿੱਲੀ ਕਹਿੰਦੇ ਹਨ। ਵੀ ਜਿਹੜੀਆਂ ਸਿਲੈਕਟਡ ਚੀਜ਼ਾਂ ਉਹ ਅੰਦਰ ਆਉਂਦੀਆਂ ਹਨ ਅਤੇ ਜਿਹੜੀਆਂ ਸਿਲੈਕਟਡ ਚੀਜ਼ਾਂ ਉਹ ਬਾਹਰ ਜਾਂਦੀਆਂ ਹਨ ਸੈੱਲ ਦੀ ਮਰਜ਼ੀ ਦੇ ਨਾਲ। ਇਸ ਤੋਂ ਇਲਾਵਾ ਤੁਹਾਨੂੰ ਇਸ ਦੇ ਵਿੱਚ ਕਾਰਬੋਹਾਈਡਰੇਟ ਚੇਂਜ ਨਜ਼ਰ ਆ ਰਹੀਆਂ ਹਨ। ਅੱਗੇ ਇਸ ਚਿੱਤਰ ਦੇ ਵਿੱਚ ਆਪਾਂ ਪਲਾਜ਼ਮਾ ਝਿੱਲੀ ਨਾਲ ਸੰਬੰਧਿਤ ਹੀ ਗੱਲ ਕਰਾਂਗੇ ਵੀ ਸਾਹ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ ਅਤੇ ਆਕਸੀਜਨ ਅੰਦਰ ਜਾਂਦੀ ਹੈ। ਇਹਦੇ ਪਿੱਛੇ ਕੀ ਰੀਜ਼ਨ ਹੈ, ਇਹ ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਹੈ ਬੇਟੇ? ਕਿਉਂਕਿ ਆਪਣੇ ਸਰੀਰ ਦੇ ਅੰਦਰ ਕਾਰਬਨ ਡਾਈਆਕਸਾਈਡ ਦੀ ਜਿਹੜੀ ਮਾਤਰਾ ਹੈ, ਸੰਘਣਤਾ ਹੈ, ਉਹ ਵੱਧ ਜਾਂਦੀ ਹੈ ਅਤੇ ਆਪਣੀ ਸਰੀਰ ਤੋਂ ਬਾਹਰ ਜਾਣੀ ਕਿ ਵਾਤਾਵਰਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜਿਹੜੀ ਉਹ ਸੰਘਣਤਾ ਘੱਟ ਹੁੰਦੀ ਹੈ। ਅਤੇ ਇਹ ਇੱਕ ਸਿਧਾਂਤ ਹੈ, ਕਾਨੂੰਨ ਹੈ ਵੀ ਜਿੱਥੋਂ ਚਾਹੇ ਉਹ ਹਵਾ ਹੈ, ਚਾਹੇ ਉਹ ਪਾਣੀ ਹੈ, ਇਹ ਵੱਧ ਸੰਘਣਤਾ ਵਾਲੇ ਖੇਤਰ ਤੋਂ ਘੱਟ ਸੰਘਣਤਾ ਵਾਲੇ ਖੇਤਰ ਵੱਲ ਗਤੀ ਕਰਦਾ ਹੈ। ਹੁਣ ਕਿਉਂਕਿ ਅੰਦਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੈ, ਬਾਹਰ ਘੱਟ ਹੈ, ਇਸ ਕਰਕੇ ਜਿਹੜੀ ਕਾਰਬਨ ਡਾਈਆਕਸਾਈਡ ਉਹ ਸਰੀਰ ਦੇ ਅੰਦਰ ਤੋਂ ਸਰੀਰ ਤੋਂ ਬਾਹਰ ਵੱਲ ਨੂੰ ਗਤੀ ਕਰਦੀ ਹੈ ਅਤੇ ਇਸ ਦੇ ਉਲਟ ਆਕਸੀਜਨ ਦੀ ਜਿਹੜੀ ਸੰਘਣਤਾ ਉਹ ਸਰੀਰ ਦੇ ਬਾਹਰ ਜ਼ਿਆਦਾ ਹੁੰਦੀ ਹੈ ਅਤੇ ਸਰੀਰ ਦੇ ਅੰਦਰ ਘੱਟ ਹੁੰਦੀ ਹੈ। ਇਸ ਕਰਕੇ ਆਕਸੀਜਨ ਆ ਉਹ ਸਰੀਰ ਦੇ ਬਾਹਰੋਂ ਸਰੀਰ ਦੇ ਅੰਦਰ ਵੱਲ ਨੂੰ ਗਤੀ ਕਰਦੀ ਹੈ। ਇਸ ਚਿੱਤਰ ਦੇ ਵਿੱਚ ਤੁਹਾਨੂੰ ਪਾਣੀ ਦੀ ਸੰਘਣਤਾ, ਪਾਣੀ ਦੇ ਪ੍ਰਸਰਨ ਬਾਰੇ ਦਿਖਾਇਆ ਗਿਆ ਹੈ ਵੀ ਪਾਣੀ ਵੀ ਜਿਹੜਾ ਵੱਧ ਸੰਘਣਤਾ ਵਾਲੇ ਖੇਤਰ ਤੋਂ ਘੱਟ ਸੰਘਣਤਾ ਵਾਲੇ ਖੇਤਰ ਵੱਲ ਗਤੀ ਕਰ ਰਿਹਾ ਹੈ। ਇਸ ਨਾਲ ਸੰਬੰਧਿਤ ਇੱਕ ਕਿਰਿਆ ਵੀ ਹੈ ਤੁਹਾਨੂੰ ਇਸ ਅਧਿਆਏ ਦੇ ਵਿੱਚ ਵੀ ਇੱਕ ਬੀਕਰ ਦੀ ਹੈਲਪ ਦੇ ਨਾਲ ਆਪਾਂ ਇੱਕ ਵਿਚਾਲੇ ਝਿੱਲੀ ਲਾ ਕੇ ਉਸ ਨੂੰ ਆਪਾਂ 2 ਭਾਗਾਂ ਦੇ ਵਿੱਚ ਵੰਡ ਲੈਂਦੇ ਹਾਂ। ਇੱਕ ਪਾਸੇ ਆਪਾਂ ਪਾਣੀ ਦੇ ਵਿੱਚ ਖੰਡ ਜਾਂ ਲੂਣ ਘੋਲ ਕੇ ਉਹਦੀ ਸੰਘਣਤਾ ਵਧਾ ਲੈਂਦੇ ਹਾਂ ਅਤੇ ਦੂਸਰੇ ਪਾਸੇ ਸਿੰਪਲ ਪਾਣੀ ਰੱਖ ਲੈਂਦੇ ਹਾਂ। ਤਾਂ ਕੀ ਹੁੰਦਾ ਹੈ, ਜਿਹੜਾ ਪਾਣੀ ਹੈ ਉਹ ਇੱਕ ਖੇਤਰ ਤੋਂ ਵੱਧ ਸੰਘਣਤਾ ਵਾਲੇ ਖੇਤਰ ਤੋਂ ਜਿਸ ਪਾਸੇ ਲੂਣ ਜਾਂ ਖੰਡ ਘੋਲੀ ਹੁੰਦੀ ਹੈ ਉਸ ਪਾਸੇ ਤੋਂ ਦੂਸਰੇ ਪਾਸੇ ਵੱਲ ਨੂੰ ਗਤੀ ਕਰਦਾ ਹੈ, ਜਿਸ ਦੇ ਵਿੱਚ ਸਿੰਪਲ ਪਾਣੀ ਹੁੰਦਾ ਹੈ, ਕੋਈ ਵੀ ਚੀਜ਼ ਘੋਲੀ ਨਹੀਂ ਹੁੰਦੀ। ਜੋ ਨੀਚੇ ਤੁਹਾਨੂੰ ਡਿਫਿਊਜ਼ਨ ਨਜ਼ਰ ਆ ਰਿਹਾ ਹੈ ਉਸ ਦੇ ਵਿੱਚ ਵੀ ਇਹੀ ਚੀਜ਼ ਹੈ।
ਅੱਗੇ ਬੇਟੇ ਤੁਹਾਨੂੰ ਚਿੱਤਰ ਦੇ ਵਿੱਚ ਆਂਡੇ ਵਿੱਚ ਪ੍ਰਸਾਰਣ ਨਜ਼ਰ ਆ ਰਿਹਾ ਹੈ। ਦੇਖੋ ਚਿੱਤਰ ਦੇ ਵਿੱਚ ਤੁਹਾਨੂੰ ਆਂਡਾ ਫੁੱਲਿਆ ਹੋਇਆ ਨਜ਼ਰ ਆ ਰਿਹਾ ਹੋਇਆ ਇੱਕ ਸੱਜੇ ਪਾਸੇ। ਇਸ ਚਿੱਤਰ ਦੇ ਵਿੱਚ ਤੁਹਾਨੂੰ ਤਿੰਨ ਤਰ੍ਹਾਂ ਦੇ ਘੋਲ ਦਿਖਾਏ ਗਏ ਹਨ, ਇੱਕ ਹਾਈਪੋਟੋਨਿਕ, ਇੱਕ ਹਾਈਪਰਟੋਨਿਕ ਤੇ ਇੱਕ ਆਈਸੋਟੋਨਿਕ। ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਚਿੱਤਰ ਨੂੰ ਧਿਆਨ ਨਾਲ ਦੇਖੋ। ਬੱਚੋ ਇਹ ਚਿੱਤਰ ਦੇ ਵਿੱਚ ਖੂਨ ਸੈੱਲਾਂ ਦੀ ਗੱਲ ਕੀਤੀ ਗਈ ਹੈ। ਲਾਲ ਲਹੂ ਕਣ ਜਿਹੜੇ ਤੁਸੀਂ ਛੋਟੀਆਂ ਜਮਾਤਾਂ ਦੇ ਵਿੱਚ ਪੜ੍ਹੇ ਹਨ, 7ਵੀਂ ਦੇ ਵਿੱਚ 8ਵੀਂ ਦੇ ਵਿੱਚ, ਉਹਨਾਂ ਨੂੰ ਲੈ ਕੇ ਉਹਨਾਂ ਦੇ ਫੁੱਲਣ ਦੀ ਅਤੇ ਸੁੰਗਣ ਦੇ ਬਾਰੇ ਦਿਖਾਇਆ ਗਿਆ ਹੈ ਵੀ ਇਹ ਕਿਸ ਤਰ੍ਹਾਂ ਫੁੱਲਦੇ ਹਨ ਅਤੇ ਕਿਸ ਤਰ੍ਹਾਂ ਸੁੰਗੜਦੇ ਹਨ। ਇਹਦੇ ਪਿੱਛੇ ਵੀ ਉਹੀ ਸਿਧਾਂਤ ਕੰਮ ਕਰਦਾ ਹੈ, ਪ੍ਰਸਾਰਣ ਵਾਲਾ, ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਇਸ ਚਿੱਤਰ ਦੇ ਵਿੱਚ ਫਿਰ ਦੇਖੋ ਵੀ ਹਾਈ ਕੰਸਨਟ੍ਰੇਸ਼ਨ ਯਾਨੀ ਕਿ ਵੱਧ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਨੂੰ ਜਿਹੜੀ ਗਤੀ ਹੋ ਰਹੀ ਹੈ, ਜਿਹੜੇ ਤੁਹਾਨੂੰ ਐਰੋ ਦਿਖਾਏ ਗਏ ਹਨ ਚਿੱਤਰ ਦੇ ਵਿੱਚ। ਡਿਫਿਊਜ਼ਨ ਟਰਮ ਆਪਾਂ ਯੂਜ਼ ਕਰਦੇ ਹਾਂ ਹਵਾ ਦੇ ਲਈ ਜਾਂ ਕਿਸੇ ਠੋਸ ਪਦਾਰਥ ਦੇ ਲਈ। ਜੋ ਓਸਮੋਸਿਸ ਟਰਮ ਹੈ, ਪ੍ਰਸਰਨ ਟਰਮ, ਉਹ ਆਪਾਂ ਯੂਜ਼ ਕਰਦੇ ਹਾਂ ਸਿਰਫ ਤਰਲ ਪਦਾਰਥਾਂ ਦੇ ਲਈ, ਜਿਵੇਂ ਕਿ ਪਾਣੀ ਦੇ ਲਈ ਜਾਂ ਕਿਸੇ ਹੋਰ ਤਰਲ ਪਦਾਰਥ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਪਰ ਸਿਧਾਂਤ ਦੋਹਾਂ ਦੇ ਪਿੱਛੇ ਇੱਕੋ ਹੀ ਕੰਮ ਕਰਦਾ ਹੈ ਵੀ ਜਿਹੜੀ ਗਤੀ ਹੁੰਦੀ ਹੈ ਉਹ ਵੱਧ ਸੰਘਣਤਾ ਵੱਲ ਤੋਂ ਘੱਟ ਸੰਘਣਤਾ ਵੱਲ ਨੂੰ ਗਤੀ ਹੁੰਦੀ ਹੈ। ਜਿਹੜੇ ਬੇਟੇ ਆਪਾਂ ਤਿੰਨ ਤਰ੍ਹਾਂ ਦੇ ਘੋਲਾਂ ਦੀ ਗੱਲ ਕੀਤੀ ਸੀ, ਜਾਣੀ ਕਿ ਹਾਈਪੋਟੋਨਿਕ ਸੋਲਿਊਸ਼ਨ, ਹਾਈਪਰਟੋਨਿਕ ਸੋਲਿਊਸ਼ਨ ਅਤੇ ਆਈਸੋਟੋਨਿਕ ਸੋਲਿਊਸ਼ਨ, ਇਹ ਕੀ ਚੀਜ਼ਾਂ ਹਨ ਜਿਹੜੇ ਤੁਹਾਨੂੰ ਚਿੱਤਰ ਦੇ ਵਿੱਚ ਨਜ਼ਰ ਆ ਰਹੇ ਹਨ। ਹਾਈਪੋ ਦਾ ਮਤਲਬ ਹੁੰਦਾ ਹੈ ਘੱਟ। ਕੀ ਘੱਟ? ਸੰਘਣਤਾ ਘੱਟ। ਕਿਹਦੇ ਵਿੱਚ? ਘੋਲ ਦੇ ਵਿੱਚ। ਹਾਈਪੋਟੋਨਿਕ ਸੋਲਿਊਸ਼ਨ। ਹਾਈਪਰਟੋਨਿਕ ਮਤਲਬ ਵੱਧ। ਹਾਈਪਰ ਦਾ ਮਤਲਬ ਜ਼ਿਆਦਾ, ਟੋਨਿਕ ਮਤਲਬ ਘਣਤਾ। ਇਹਦੇ ਵਿੱਚ? ਘੋਲ ਦੇ ਵਿੱਚ। ਪਹਿਲੇ ਦੇ ਵਿੱਚ ਕੀ ਤੁਹਾਨੂੰ ਨਜ਼ਰ ਆ ਰਿਹਾ ਹੈ, ਜਿਹੜਾ ਖੱਬੇ ਪਾਸੇ ਚਿੱਤਰ ਹੈ, ਇਹਦੇ ਵਿੱਚ ਕੀ ਆ? ਆਈਸੋਟੋਨਿਕ ਸੋਲਿਊਸ਼ਨ ਦੀ ਗੱਲ ਕੀਤੀ ਹੈ, ਜਾਣੀ ਕਿ ਸੰਘਣਤਾ ਸੈੱਲ ਦੇ ਅੰਦਰ ਵੀ ਉਨੀ ਹੈ, ਸੈੱਲ ਦੇ ਬਾਹਰ ਵੀ ਉਨੀ ਹੈ। ਇਹਦੇ ਵਿੱਚ ਕੀ ਆ? ਨਾ ਪਾਣੀ ਦੀ ਗਤੀ ਜ਼ਿਆਦਾ ਬਾਹਰ ਵੱਲ ਨੂੰ ਹੋਵੇਗੀ, ਨਾ ਘੱਟ ਵੱਲ ਨੂੰ ਹੋਵੇਗੀ, ਇੱਕੋ ਜਿਹੀ ਗਤੀ ਹੋਵੇਗੀ। ਜਿੰਨਾ ਕੁ ਪਾਣੀ ਅੰਦਰ ਜਾਵੇਗਾ ਉਨਾ ਕੁ ਪਾਣੀ ਬਾਹਰ ਆਵੇਗਾ। ਇਸ ਕਰਕੇ ਸੈੱਲ ਦੇ ਜਿਹੜਾ ਆਕਾਰ ਦੇ ਵਿੱਚ ਕੋਈ ਫਰਕ ਨਹੀਂ ਆਵੇਗਾ। ਦੂਸਰੇ ਵਿੱਚ ਕੀ ਆ? ਸੈੱਲ ਦੇ ਬਾਹਰ ਆ ਜਿਹੜੀ ਉਹ ਘਣਤਾ ਘੱਟ ਹੈ, ਸੈੱਲ ਦੇ ਅੰਦਰ ਘਣਤਾ ਜ਼ਿਆਦਾ ਹੈ। ਇਸ ਕਰਕੇ ਅਤੇ ਤੀਸਰੇ ਵਿੱਚ ਤੁਹਾਨੂੰ ਬਾਹਰ ਵੱਲ ਆ ਜਿਹੜੀ ਉਹ ਘਣਤਾ ਘੱਟ ਸੀ, ਵੱਧ ਸੀ, ਅਤੇ ਅੰਦਰ ਘੱਟ ਸੀ। ਇਸ ਕਰਕੇ ਜਿਹੜੀ ਉਹ ਤੁਹਾਨੂੰ ਸੈੱਲ ਸੁੰਗੜਿਆ ਵਾ ਨਜ਼ਰ ਆ ਰਿਹਾ ਸੀ। ਅੱਗੇ ਜਿਹੜੀ ਕਿਰਿਆ ਹੈ ਇਹ ਵੀ ਤੁਹਾਨੂੰ ਅਧਿਆਇ ਦੇ ਵਿੱਚ ਦੇਖਣ ਨੂੰ ਮਿਲੀ ਹੈ। ਆਂਡੇ ਵਿੱਚ ਪ੍ਰਸਾਰਣ ਦੌਰਾਨ ਆਂਡੇ ਦਾ ਫੁੱਲਣਾ। ਇਹਦੇ ਵਿੱਚ ਕੀ ਆ? ਆਂਡਾ ਲੈ ਕੇ ਆਂਡੇ ਨੂੰ ਆਪਾਂ ਹਾਈਡਰੋਕਲੋਰਿਕ ਐਸਿਡ ਦੇ ਵਿੱਚ ਪਾ ਕੇ ਇਹਦੀ ਉਤਲੀ ਜਿਹੜੀ ਸ਼ੈੱਲ ਹੁੰਦੀ ਹੈ, ਉਤਲਾ ਜਿਹੜਾ ਛਿਲਕਾ ਹੁੰਦਾ ਉਹ ਲਾਹ ਦੇਣਾ ਹੈ ਅਤੇ ਬਾਅਦ ਵਿੱਚ ਇਹਨੂੰ ਪਾਣੀ ਦੇ ਵਿੱਚ ਰੱਖ ਦੇਣਾ ਹੈ। ਪਾਣੀ ਦੇ ਵਿੱਚ ਰੱਖਣ ਦੇ ਨਾਲ ਕੀ ਹੋਵੇਗਾ ਵੀ ਜਿਹੜਾ ਆਂਡਾ ਹੈ ਉਹ ਫੁੱਲ ਜਾਵੇਗਾ। ਆਂਡਾ ਫੁੱਲਣ ਦੇ ਨਾਲ ਕੀ ਹੋਵੇਗਾ ਤੁਹਾਡੇ ਸਾਹਮਣੇ ਹੈ। ਇਹ ਕੀ ਸਿਧਾਂਤ ਦਰਸਾ ਰਿਹਾ ਹੈ? ਇਹ ਪ੍ਰਸਾਰਣ ਦਿਖਾ ਰਿਹਾ ਹੈ। ਜਿਹੜਾ ਪਾਣੀ ਆ ਉਹ ਆਂਡੇ ਵੱਲ ਨੂੰ ਚਲਾ ਗਿਆ, ਜਾਣੀ ਕਿ ਪਾਣੀ ਦੇ ਜਿਹੜੀ ਸੰਘਣਤਾ ਸੀ ਉਹ ਬਾਹਰ ਜ਼ਿਆਦਾ ਸੀ, ਅੰਦਰ ਘੱਟ ਸੀ। ਇਸ ਕਰਕੇ ਜਿਹੜਾ ਪਾਣੀ ਆ ਉਹ ਬਾਹਰ ਤੋਂ ਸੈੱਲ ਦੇ ਆਂਡੇ ਵੱਲ ਨੂੰ ਚਲਾ ਗਿਆ, ਆਂਡੇ ਦੇ ਅੰਦਰ ਚਲਾ ਗਿਆ, ਜਿਹਦੇ ਨਾਲ ਕੀ ਆ? ਆਂਡਾ ਫੁੱਲ ਗਿਆ। ਅਤੇ ਜੇ ਆਪਾਂ ਆਂਡੇ ਦੇ ਵਿੱਚ ਪਾਣੀ ਦੇ ਵਿੱਚ ਲੂਣ ਪਾ ਦੇਵਾਂਗੇ ਤਾਂ ਕੀ ਆ? ਬਾਹਰ ਸੰਘਣਤਾ ਜਿਹੜੀ ਵੱਧ ਜਾਵੇਗੀ। ਇਸ ਕਰਕੇ ਜਿਹੜਾ ਪਾਣੀ ਆ ਉਹ ਬਾਹਰ ਵੱਲ ਨੂੰ ਗਤੀ ਕਰੇਗਾ। ਇਸ ਨੂੰ ਪਲਾਜ਼ਮੋਲਾਈਸਿਸ ਅਤੇ ਡੀ ਪਲਾਜ਼ਮੋਲਾਈਸਿਸ ਵੀ ਕਿਹਾ ਜਾਂਦਾ ਹੈ, ਜਿਹਦੇ ਬਾਰੇ ਆਪਾਂ ਅੱਗੇ ਵੀ ਗੱਲ ਕਰਾਂਗੇ। ਅੱਗੇ ਬੇਟੇ ਪਲਾਜ਼ਮਾ ਝਿੱਲੀ ਪ੍ਰੋਟੀਨ ਅਤੇ ਚਰਬੀ ਤੋਂ ਮਿਲ ਕੇ ਬਣੀ ਹੁੰਦੀ ਹੈ। ਇਹਦੇ ਬਾਰੇ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ। ਠੀਕ ਹੈ ਜੀ। ਇਹ ਬਾਹਰਲੀ ਪਰਤ ਹੈ, ਸੈਮੀ ਪਰਮੀਏਬਲ ਹੈ, ਸਿਲੈਕਟਡ ਚੀਜ਼ਾਂ ਨੂੰ ਪਾਸ ਕਰਦੀ ਹੈ। ਇਹਦੇ ਵਿੱਚ ਚੈਨਲਸ ਹੁੰਦੇ ਹਨ ਜਿੱਥੋਂ ਦੀ ਜਿਹੜਾ ਪਦਾਰਥਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਉਸ ਤੋਂ ਬਾਅਦ ਬੇਟੇ ਆਪਾਂ ਗੱਲ ਕਰਦੇ ਹਾਂ ਸੈੱਲ ਕੰਧ ਬਾਰੇ। ਸੈੱਲ ਕੰਧ ਬਾਰੇ ਤੁਸੀਂ ਸੁਣਿਆ ਹੈ, ਜਿਵੇਂ ਝਿੱਲੀ ਹੁੰਦੀ ਹੈ ਉਸੇ ਤਰੀਕੇ ਨਾਲ ਸੈੱਲ ਕੰਧ ਹੁੰਦੀ ਹੈ। ਪਰ ਜਿਹੜੀ ਸੈੱਲ ਕੰਧ ਹੈ ਇਹ ਸਿਰਫ ਅਤੇ ਸਿਰਫ ਪੌਦਾ ਸੈੱਲ ਵਿੱਚ ਪਾਈ ਜਾਂਦੀ ਹੈ। ਜੰਤੂ ਸੈੱਲ ਦੇ ਵਿੱਚ ਸੈੱਲ ਕੰਧ ਮੌਜੂਦ ਨਹੀਂ ਹੁੰਦੀ, ਉੱਥੇ ਸਿਰਫ ਪਲਾਜ਼ਮਾ ਝਿੱਲੀ ਹੁੰਦੀ ਹੈ।
ਸੈੱਲ ਕੰਧ ਸੈਲੂਲੋਜ਼ ਤੋਂ ਮਿਲ ਕੇ ਬਣੀ ਹੁੰਦੀ ਹੈ। ਸੈਲੂਲੋਜ਼ ਇੱਕ ਪਦਾਰਥ ਹੈ ਜੋ ਪੌਦਿਆਂ ਦਾ ਹੀ ਹਿੱਸਾ ਹੈ, ਇਸੇ ਕਰਕੇ ਇਹ ਪੌਦੇ ਸੈੱਲ ਦਾ ਭਾਗ ਹੈ। ਜਿਹੜੇ ਜੰਤੂ ਸੈੱਲ ਆ ਉਹਨਾਂ ਵਿੱਚ ਸੈੱਲ ਕੰਧ ਨਹੀਂ ਹੁੰਦੀ। ਅੱਗੇ ਬੇਟੇ ਪਲਾਜ਼ਮੋਲਾਈਸਿਸ ਅਤੇ ਡੀਪਲਾਜ਼ਮੋਲਾਈਸਿਸ, ਮੈਂ ਪਹਿਲਾਂ ਵੀ ਤੁਹਾਨੂੰ ਇਸ ਬਾਰੇ ਦੱਸਿਆ ਸੀ। ਤੁਹਾਨੂੰ ਦੋ ਚਿੱਤਰ ਨਜ਼ਰ ਆ ਰਹੇ ਹਨ। ਇੱਕ ਦੇ ਵਿੱਚ ਤੁਹਾਨੂੰ ਸੈੱਲ ਨੋਰਮਲ ਨਜ਼ਰ ਆ ਰਿਹਾ ਹੈ ਖੱਬੇ ਹੱਥ, ਅਤੇ ਸੱਜੇ ਹੱਥ ਦੇ ਵਿੱਚ ਜਿਹੜਾ ਸੈੱਲ ਦਰਵ ਆ, ਜਿਹੜੀ ਬਾਹਰਲੇ ਪਾਸੇ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਸੈੱਲ ਕੰਧ ਹੈ। ਜਿਹੜਾ ਅੰਦਰ ਤੁਹਾਨੂੰ ਸੁੰਗੜਾ ਜਿਹਾ ਨਜ਼ਰ ਆ ਰਿਹਾ ਹੈ, ਇਹ ਸੈੱਲ ਦਰਵ ਹੈ। ਇਹ ਸੁੰਗੜ ਚੁੱਕਿਆ ਹੈ। ਕਿਉਂ ਸੁੰਗੜ ਹੋ ਚੁੱਕਿਆ ਹੈ? ਕਿਉਂਕਿ ਇਸ ਦੇ ਵਿੱਚ ਡੀਪਲਾਜ਼ਮੋਲਾਈਸਿਸ ਹੋ ਚੁੱਕੀ ਹੈ। ਡੀਪਲਾਜ਼ਮੋਲਾਈਸਿਸ ਮਤਲਬ ਕੀ ਆ ਵੀ ਇਹਦੇ ਜਿਹੜਾ ਇਹਦੇ ਵਿਚਲਾ ਪਾਣੀ ਹੈ, ਤਰਲ ਪਦਾਰਥ ਹੈ, ਉਹ ਬਾਹਰ ਨਿਕਲ ਚੁੱਕਿਆ ਹੈ। ਇਸ ਦੇ ਵਿੱਚੋਂ ਸੈੱਲ ਕੰਧ ਉੱਥੇ ਹੀ ਰਹਿ ਗਈ ਕਿਉਂਕਿ ਸਖਤ ਹੁੰਦੀ ਹੈ, ਇਹ ਉੱਥੇ ਹੀ ਰਹਿ ਗਈ। ਜਿਹੜਾ ਸੈੱਲ ਦਰਵ ਉਹਦੇ ਵਿੱਚੋਂ ਪਾਣੀ ਜਿਹੜਾ ਬਾਹਰ ਨਿਕਲ ਗਿਆ, ਇਸ ਕਰਕੇ ਜਿਹੜੇ ਇਹ ਸੁੰਗੜ ਚੁੱਕਿਆ ਹੈ। ਦੂਸਰੇ ਸੈੱਲ ਦੇ ਵਿੱਚ ਉਹ ਨੋਰਮਲ ਹੈ। ਕਿਉਂਕਿ ਇਹ ਸੁੰਗੜਾ ਕਿਉਂ ਬੇਟੇ? ਕਿਉਂਕਿ ਇਹਨੂੰ ਆਪਾਂ ਹਾਈਪਰਟੋਨਿਕ ਸੋਲਿਊਸ਼ਨ ਦੇ ਵਿੱਚ ਪਾਇਆ ਸੀ। ਹਾਈਪਰਟੋਨਿਕ ਸੋਲਿਊਸ਼ਨ ਦੇ ਵਿੱਚ ਸੋਲਿਊਟ ਦੀ ਘਣਤਾ ਜ਼ਿਆਦਾ ਹੁੰਦੀ ਹੈ, ਇਸ ਕਰਕੇ ਘਣਤਾ ਵੱਲ ਨੂੰ ਮੂਵ ਕਰ ਗਿਆ, ਪਾਣੀ ਬਾਹਰ ਨੂੰ ਨਿਕਲ ਗਿਆ ਅਤੇ ਉਹ ਸੁੰਗੜ ਚੁੱਕਿਆ ਹੈ। ਇਹਦੇ ਵਿੱਚ ਤੁਹਾਨੂੰ ਸ਼ਾਇਦ ਕਨਫਿਊਜ਼ਨ ਹੋ ਗਈ ਹੋਵੇਗੀ। ਸਰ ਤਾਂ ਕਹਿ ਰਹੇ ਸੀ ਪਹਿਲਾਂ ਵੀ ਇਹ ਜ਼ਿਆਦਾ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਨੂੰ ਗਤੀ ਕਰਦਾ ਹੈ। ਬੇਟੇ ਇਹ ਸੰਘਣਤਾ ਜ਼ਿਆਦਾ ਹੈ, ਪਰ ਇਹਦੇ ਵਿੱਚ ਆਪਾਂ ਇੱਕ ਸਲਿਊਟ ਦੀ ਗੱਲ ਕਰ ਰਹੇ ਹਾਂ। ਸਲਿਊਟ ਦੀ, ਸਲਿਊਟ ਕੀ ਆ? ਘੁਲਤ। ਘੁਲਤ ਜਾਣੀ ਕਿ ਜਿਵੇਂ ਖੰਡ ਜਾਂ ਆਪਾਂ ਨੂਣ ਦੀ ਗੱਲ ਕਰ ਰਹੇ ਸੀ। ਕਿਉਂਕਿ ਪਾਣੀ ਦੇ ਵਿੱਚ ਉਹ ਜ਼ਿਆਦਾ ਹੈ, ਜਿਹੜਾ ਬਾਹਰ ਪਾਣੀ ਹੈ ਉਹਦੇ ਵਿੱਚ ਖੰਡ ਜਾਂ ਨੂਣ ਦੀ ਮਾਤਰਾ ਜ਼ਿਆਦਾ ਹੈ, ਉਸ ਵੱਲ ਨੂੰ ਗਤੀ ਕਰ ਗਿਆ। ਜਿੱਧਰ ਖੰਡ ਜਾਂ ਨੂਣ ਜ਼ਿਆਦਾ ਹੋਵੇਗਾ, ਪਾਣੀ ਦੀ ਗਤੀ ਉਸ ਘੋਲ ਵੱਲ ਨੂੰ ਹੋਵੇਗੀ। ਅੰਦਰ ਸੈੱਲ ਦੇ ਘੱਟ ਹੈ, ਸੈੱਲ ਦੇ ਬਾਹਰ ਜ਼ਿਆਦਾ ਹੈ, ਇਸ ਕਰਕੇ ਗਤੀ ਜਿਹੜੀ ਆ ਉਹ ਘੁਲਤ ਵੱਲ ਨੂੰ ਹੋਵੇਗੀ, ਜਿੱਥੇ ਖੰਡ ਜਾਂ ਨੂਣ ਦੀ ਮਾਤਰਾ ਜ਼ਿਆਦਾ ਹੈ। ਅਤੇ ਜਿਹੜਾ ਆਪਾਂ ਨੋਰਮਲ ਗੱਲ ਕਰਦੇ ਹਾਂ ਵੀ ਵੱਧ ਘਣਤਾ ਤੋਂ ਘੱਟ ਘਣਤਾ ਵੱਲ ਨੂੰ ਗਤੀ ਕਰਦਾ, ਉਹ ਆਪਾਂ ਬੇਟੇ ਘੋਲ ਦੀ ਗੱਲ ਕਰ ਰਹੇ ਹੁੰਦੇ ਹਾਂ ਵੀ ਘੋਲ ਕਿੱਧਰ ਨੂੰ ਜ਼ਿਆਦਾ ਆ। ਘੋਲ ਹੋ ਸਕਦਾ ਅੰਦਰ ਜ਼ਿਆਦਾ ਹੋਵੇ ਜਾਂ ਬਾਹਰ ਜ਼ਿਆਦਾ ਹੋਵੇ, ਪਰ ਆਪਾਂ ਇੱਥੇ ਜਦੋਂ ਆਪਾਂ ਪ੍ਰਸਾਰਣ ਦੀ ਗੱਲ ਕਰਦੇ ਹਾਂ ਉਦੋਂ ਕੀ ਆ, ਆਪਾਂ ਘੋਲਕ ਦੀ ਗੱਲ ਕਰ ਰਹੇ ਹੁੰਦੇ ਹਾਂ, ਖੰਡ ਅਤੇ ਲੂਣ ਦੀ ਗੱਲ ਕਰ ਰਹੇ ਹੁੰਦੇ ਹਾਂ ਵੀ ਜਿੱਧਰ ਖੰਡ ਅਤੇ ਲੂਣ ਜ਼ਿਆਦਾ ਹੋਵੇਗਾ ਜਾਂ ਕੋਈ ਹੋਰ ਵੀ ਸਲਿਊਟ ਜ਼ਿਆਦਾ ਹੋਵੇਗਾ, ਗਤੀ ਪਾਣੀ ਦੀ ਉਸ ਦਿਸ਼ਾ ਵੱਲ ਹੋਵੇਗੀ ਜਿੱਧਰ ਇਹ ਖੰਡ ਅਤੇ ਲੂਣ ਜ਼ਿਆਦਾ ਹਨ। ਇੱਥੇ ਅੰਦਰ ਖੰਡ ਅਤੇ ਲੂਣ ਘੱਟ ਹੈ, ਬਾਹਰ ਜ਼ਿਆਦਾ ਹੈ, ਇਸ ਕਰਕੇ ਕੀ ਆ ਜਿਹੜੀ ਪਾਣੀ ਦੀ ਗਤੀ ਆ ਉਹ ਬਾਹਰ ਵੱਲ ਨੂੰ ਹੋਗੀ। ਅਤੇ ਡੀਪਲਾਜ਼ਮੋਲਾਈਸਿਸ ਵਿੱਚ ਕੀ ਆ, ਜਿਹੜਾ ਪਲਾਜ਼ਮੋਲਾਈਜ਼ ਸੈੱਲ ਹੋ ਚੁੱਕਿਆ, ਜਿਹੜਾ ਸੁੰਗੜ ਚੁੱਕਿਆ, ਜਦੋਂ ਉਹਨੂੰ ਆਪਾਂ ਦੁਬਾਰਾ ਨੋਰਮਲ ਸੋਲਿਊਸ਼ਨ ਦੇ ਵਿੱਚ ਪਾ ਦਿੰਦੇ ਹਾਂ ਤਾਂ ਜਿਹੜਾ ਸੈੱਲ ਆ ਉਹ ਆਪਣੀ ਓਰੀਜਨਲ ਜਿਹੜੀ ਪੋਜੀਸ਼ਨ ਆ, ਓਰੀਜਨਲ ਜੋ ਉਹਦੀ ਸ਼ੇਪ ਹੈ ਅਸਲ ਦੇ ਵਿੱਚ, ਉਹ ਦੁਬਾਰਾ ਰੀਗੇਨ ਕਰ ਲੈਂਦਾ, ਦੁਬਾਰਾ ਉਸ ਦੇ ਵਿੱਚ ਆ ਜਾਂਦਾ ਹੈ। ਅਤੇ ਜਿਹੜਾ ਤੁਹਾਨੂੰ ਖੱਬੇ ਪਾਸੇ ਨਜ਼ਰ ਆ ਰਿਹਾ ਹੈ, ਸੈੱਲ ਦੁਬਾਰਾ ਆਪਣੀ ਉਸ ਤਰ੍ਹਾਂ ਦੀ ਜਿਹੜੀ ਸ਼ੇਪ ਆ ਉਹ ਆਕ੍ਰਿਤੀ ਆ ਉਹ ਦੁਬਾਰਾ ਹਾਸਿਲ ਕਰ ਲਵੇਗਾ। ਇਸ ਦੇ ਉੱਪਰ ਦੁਬਾਰਾ ਤੁਹਾਨੂੰ ਫੋਕਸ ਕਰਨ ਦੀ ਜ਼ਰੂਰਤ ਹੈ। ਇਹ ਬਹੁਤ ਕਨਫਿਊਜ਼ਿੰਗ ਪਾਰਟ ਲੱਗਦਾ ਹੈ ਕਈ ਬੱਚਿਆਂ ਨੂੰ ਵੀ ਇਹ ਸਰ ਜ਼ਿਆਦਾ ਗਤੀ ਤੋਂ ਜ਼ਿਆਦਾ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਨੂੰ ਜਾਣਾ ਜਾਂ ਘੱਟ ਸੰਘਣਤਾ ਤੋਂ ਜ਼ਿਆਦਾ ਸੰਘਣਤਾ ਵੱਲ ਨੂੰ ਜਾਣਾ। ਠੀਕ ਹੈ, ਜਾਣਾ ਜ਼ਿਆਦਾ ਤੋਂ ਘੱਟ ਵੱਲ ਨੂੰ ਹੀ ਆ, ਪਰ ਜਿੱਥੇ ਆਪਾਂ ਪ੍ਰਸਾਰਣ ਦੀ ਗੱਲ ਕਰਦੇ ਹਾਂ ਉੱਥੇ ਇਹ ਉਲਟ ਲੱਗਦਾ ਹੈ। ਉੱਥੇ ਆਪਾਂ ਘੋਲਕ ਦੀ ਗੱਲ ਕਰ ਰਹੇ ਹੁੰਦੇ ਹਾਂ, ਜਿਹੜਾ ਚੀਜ਼ ਵਿੱਚ ਘੁਲ ਰਹੀ ਆ, ਵਿੱਚ ਕੀ ਘੁਲ ਰਿਹਾ? ਖੰਡ ਅਤੇ ਲੂਣ। ਜੋ ਆਪਾਂ ਨੋਰਮਲੀ ਕਿਰਿਆ ਕਰਦੇ ਹਾਂ ਕਲਾਸ ਦੇ ਵਿੱਚ ਜਾਂ ਲੈਬ ਦੇ ਵਿੱਚ, ਉੱਥੇ ਇਹ ਚੀਜ਼ ਆ ਵੀ ਜਿੱਧਰ ਨੂੰ ਖੰਡ ਅਤੇ ਲੂਣ ਦੀ ਮਾਤਰਾ ਜ਼ਿਆਦਾ ਹੋਵੇਗੀ, ਜਿਹੜਾ ਪਾਣੀ ਦੀ ਗਤੀ ਉਸ ਦਿਸ਼ਾ ਵੱਲ ਨੂੰ ਹੋਵੇਗੀ। ਬੱਚਿਓ ਅਗਲੀ ਸਲਾਈਡ ਥੋੜ੍ਹੀ ਵੇਟ ਕਰੋ। ਬੱਚਿਓ ਅੱਗੇ ਆਪਾਂ ਗੱਲ ਕਰਾਂਗੇ ਕੇਂਦਰਕ ਬਾਰੇ। ਕੇਂਦਰਕ ਬਾਰੇ ਬੱਚਿਓ ਤੁਸੀਂ ਸੁਣਿਆ ਹੈ। ਕੇਂਦਰਕ ਦੀ ਬਣਤਰ ਤੁਹਾਡੇ ਸਾਹਮਣੇ ਹੈ। ਇਸ ਦੇ ਵਿੱਚ ਤੁਹਾਨੂੰ ਬਾਹਰਲੇ ਪਾਸੇ ਇੱਕ ਗੂੜ੍ਹੀ ਲਾਈਨ ਨਜ਼ਰ ਆ ਰਹੀ ਹੈ, ਉਹਨੂੰ ਕੇਂਦਰਕ ਝਿੱਲੀ ਕਿਹਾ ਜਾਂਦਾ ਹੈ। ਜਿਹਦੇ ਵਿੱਚ ਤੁਹਾਨੂੰ ਸੁਰਾਖ ਨਜ਼ਰ ਆ ਰਹੇ ਆ, ਨਿਊਕਲੀਅਸ ਸਪੋਰ ਕਿਹਾ ਜਾਂਦਾ ਜਿਨ੍ਹਾਂ ਨੂੰ। ਇਹਦੇ ਵਿੱਚ ਦੀ ਆਦਾਨ ਪ੍ਰਦਾਨ ਹੁੰਦਾ ਹੈ, ਜਿਹੜਾ ਸੈੱਲ ਦੇ ਨਿਊਕਲੀਅਸ ਦੇ ਵਿਚਲਾ ਕੇਂਦਰਕ ਦੇ ਵਿਚਲਾ ਜਿਹੜਾ ਪਦਾਰਥ ਆ ਉਹ ਸੈੱਲ ਦਰਵ ਦੇ ਵਿੱਚ ਆਉਂਦਾ ਹੈ, ਅਤੇ ਸੈੱਲ ਦਰਵ ਦੇ ਵਿਚਲਾ ਜੋ ਪਦਾਰਥ ਹਨ ਉਹ ਕੇਂਦਰਕ ਦੇ ਅੰਦਰ ਜਾਂਦੇ ਹਨ। ਕਿਉਂਕਿ ਕੇਂਦਰਕ ਦੇ ਵਿੱਚ ਜੇ ਆਪਾਂ ਕੇਂਦਰਕ ਦੀ ਬਣਤਰ ਦੀ ਗੱਲ ਕਰੀਏ
ਕੇਂਦਰਕ ਦੇ ਵਿੱਚ ਆਪਾਂ ਨੂੰ ਗੁਣ ਸੂਤਰ ਨਜ਼ਰ ਆਉਂਦੇ ਹਨ, ਨਿਊਕਲੀਓਲਸ ਨਜ਼ਰ ਆਉਂਦਾ ਹੈ, ਕ੍ਰੋਮੈਟਿਨ ਨਜ਼ਰ ਆਉਂਦੇ ਹਨ। ਪਰ ਸੈੱਲ ਜੋ ਸੈੱਲ ਦੇ ਬਾਹਰ ਕੇਂਦਰਕ ਦੇ ਬਾਹਰ ਹੈ ਸੈੱਲ ਦਰਵ ਦੇ ਵਿੱਚ, ਉਹਦੇ ਵਿੱਚ ਆਪਾਂ ਨੂੰ ਮਾਈਟੋਕੌਂਡਰੀਆ ਨਜ਼ਰ ਆਉਂਦੇ ਹਨ, ਰਾਈਬੋਸੋਮਸ ਨਜ਼ਰ ਆਉਂਦੇ ਹਨ। ਠੀਕ ਹੈ ਜੀ, ਕਿਉਂਕਿ ਜੋ ਰਾਈਬੋਸੋਮ ਦੀ ਜੋ ਬਣਾਉਂਦੇ ਹਨ, ਪ੍ਰੋਟੀਨ ਬਣਾਉਂਦੇ ਹਨ ਬੇਸਿਕਲੀ ਰਾਈਬੋਸੋਮਸ ਨੂੰ ਪ੍ਰੋਟੀਨ ਫੈਕਟਰੀਜ਼ ਕਿਹਾ ਜਾਂਦਾ ਹੈ, ਪ੍ਰੋਟੀਨ ਬਣਾਉਂਦੇ ਹਨ। ਉਸ ਪ੍ਰੋਟੀਨ ਦੀ ਜ਼ਰੂਰਤ ਕੇਂਦਰਕ ਨੂੰ ਹੁੰਦੀ ਹੈ। ਇਸ ਕਰਕੇ ਜਿਹੜਾ ਕੇਂਦਰਕ ਆ ਉਹ ਪ੍ਰੋਟੀਨ ਕਿੱਥੋਂ ਲੈਂਦਾ ਹੈ? ਰਾਈਬੋਸੋਮਸ ਤੋਂ ਲੈਂਦਾ। ਉਹ ਇਹਨਾਂ ਸਰਾਖਾਂ ਦੇ ਥਰੂ ਅੰਦਰ ਆਉਂਦਾ ਹੈ। ਇਹ ਸਲਾਈਡ ਦੇ ਵਿੱਚ ਬੇਟੇ ਤੁਹਾਨੂੰ ਗੁਣ ਸੂਤਰ ਨਜ਼ਰ ਆ ਰਹੇ ਹਨ। ਗੁਣ ਸੂਤਰ ਬੇਸਿਕਲੀ 2 ਭਾਗਾਂ ਤੋਂ ਮਿਲ ਕੇ ਬਣੇ ਹੁੰਦੇ ਹਨ, ਇੱਕ DNA ਅਤੇ ਇੱਕ ਪ੍ਰੋਟੀਨ। ਜੋ ਨੀਚੇ ਹੈ ਉਹ ਤੁਹਾਨੂੰ DNA ਨਜ਼ਰ ਆ ਰਿਹਾ ਹੈ। DNA ਦੇ ਮਾਡਲ ਦੀ ਗੱਲ ਵੀ ਆਪਾਂ ਪਹਿਲਾਂ ਤੁਸੀਂ ਸੁਣਿਆ ਹੋਣਾ DNA ਮਾਡਲ ਬਾਰੇ। ਉਹ ਇਸ ਤਰ੍ਹਾਂ ਦਾ ਸਟਰਕਚਰ ਹੁੰਦਾ ਹੈ ਜੋ ਨੀਚੇ ਤੁਹਾਨੂੰ ਨਜ਼ਰ ਆ ਰਿਹਾ ਹੈ। ਅਤੇ ਜੋ DNA ਦਾ ਸਭ ਤੋਂ ਕਿਰਿਆਤਮਕ ਭਾਗ ਹੈ ਉਸ ਨੂੰ ਜੀਨ ਕਿਹਾ ਜਾਂਦਾ ਹੈ। ਇਹ ਜੀਨ ਕੀ ਹਨ ਬੇਟੇ? ਜੀਨ ਬਾਰੇ ਤੁਸੀਂ ਸੁਣਿਆ ਹੈ ਕਦੇ? ਇਹ ਜੀਨ ਇੱਕ ਕਿਰਿਆਤਮਕ ਭਾਗ ਹੈ DNA ਦਾ, ਜਿਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਇਨਫੋਰਮੇਸ਼ਨ ਮੀਨਸ ਵੀ ਜੋ ਤੁਹਾਡੇ ਗੁਣ ਹਨ ਉਹ ਤੁਹਾਨੂੰ ਤੁਹਾਡੇ ਪੇਰੈਂਟਸ ਤੋਂ ਮਿਲੇ ਹਨ, ਉਹ ਤੁਹਾਡੇ ਪੇਰੈਂਟਸ ਤੋਂ ਤੁਹਾਡੇ ਵਿੱਚ ਆਏ ਹਨ, ਅਤੇ ਅੱਗੇ ਇਹੀ ਜੋ ਜੀਨ ਹਨ ਇਹ ਤੁਹਾਡੇ ਬੱਚਿਆਂ ਦੇ ਵਿੱਚ ਜਾਣੇ ਹਨ। ਅਤੇ ਉਹ ਤੁਹਾਡੇ ਤੋਂ ਮਤਲਬ ਜਿਹੜੇ ਆਪਾਂ ਕਹਿੰਦੇ ਵੀ ਆਪਾਂ ਆਪਣੀ ਇੱਕ ਜਨਰੇਸ਼ਨ ਹੈ, ਜਨਰੇਸ਼ਨ ਟੂ ਜਨਰੇਸ਼ਨ ਆਪਾਂ ਵੇਰੀ ਕਰਦੇ ਹਾਂ, ਜਾਂ ਆਪਣੇ ਗੁਣ ਮਿਲਦੇ ਹਨ, ਆਪਣੇ ਸਰੀਰਕ ਢਾਂਚਾ ਥੋੜ੍ਹਾ ਬਹੁਤ ਮਿਲਦਾ ਹੁੰਦਾ ਹੈ। ਆਪਣੇ ਜੋ ਆਪਾਂ ਕਹਿੰਦੇ ਹਾਂ ਵੀ ਇਹ ਮਿਲ ਰਿਹਾ ਹੈ, ਇਹ ਆਪਣੇ ਪੇਰੈਂਟਸ ਜਾਂ ਮਾਤਾ ਵਰਗਾ ਲੱਗ ਰਿਹਾ ਜਾਂ ਪਿਤਾ ਵਰਗਾ ਲੱਗ ਰਿਹਾ ਹੈ, ਆਪਣੀ ਸ਼ਕਲ ਥੋੜ੍ਹੀ ਬਹੁਤ ਮਿਲਦੀ ਹੁੰਦੀ ਹੈ, ਆਪਣੀਆਂ ਅੱਖਾਂ ਜਾਂ ਕੁਛ ਵੀ। ਉਹ ਕਿਹਦੇ ਕਰਕੇ ਹੁੰਦਾ ਹੈ? ਇਹਨਾਂ ਜੀਨਸ ਕਰਕੇ ਹੁੰਦਾ ਹੈ। ਅੱਗੇ ਬੇਟੇ ਤੁਹਾਨੂੰ ਪ੍ਰੋਕੈਰੀਓਟਿਕ ਸੈੱਲ ਨਜ਼ਰ ਆ ਰਿਹਾ ਹੈ। ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਕੀ ਆ? ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਨਿਊਕਲੀਅਸ ਜੋ ਕੇਂਦਰਕ ਹੈ ਉਹ ਮੌਜੂਦ ਨਹੀਂ ਹੁੰਦਾ ਪ੍ਰੋਪਰਲੀ। ਉਹਨੂੰ ਜੋ ਇਹਦੇ ਵਿੱਚ ਮੌਜੂਦ ਹੁੰਦਾ ਹੈ ਉਹਨੂੰ ਨਿਊਕਲਾਇਡ ਕਿਹਾ ਜਾਂਦਾ ਹੈ, ਕਿਉਂਕਿ ਇਹਦੇ ਆਲੇ ਦੁਆਲੇ ਕੇਂਦਰਕ ਝਿੱਲੀ ਨਹੀਂ ਹੁੰਦੀ। ਸਿਰਫ ਤੁਹਾਨੂੰ DNA ਜਾਂ RNA ਨਜ਼ਰ ਆਊਗਾ ਸੈਂਟਰ ਦੇ ਵਿੱਚ, ਉਹ ਪ੍ਰੋਕੈਰੀਓਟਿਕ ਸੈੱਲ ਹੁੰਦਾ ਹੈ। ਠੀਕ ਹੈ ਜੀ, ਇਹੀ ਫਰਕ ਹੈ ਪ੍ਰੋਕੈਰੀਓਟਿਕ ਸੈੱਲ ਦਾ ਅਤੇ ਯੂਕੈਰੀਓਟਿਕ ਸੈੱਲ ਦਾ। ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਨਾ ਤਾਂ ਅਸਲੀ ਕੇਂਦਰਕ ਹੁੰਦਾ ਹੈ ਅਤੇ ਨਾ ਹੀ ਇਸ ਦੇ ਵਿੱਚ ਨਿੱਕੜੇ ਅੰਗ ਜਾਣੀ ਕਿ ਮਾਈਟੋਕੌਂਡਰੀਆ, ਰਾਈਬੋਸੋਮਸ ਵਗੈਰਾ ਪਾਏ ਜਾਂਦੇ ਹਨ। ਇਹਦੀ ਸਟਰਕਚਰ ਬਿਲਕੁਲ ਅਲੱਗ ਹੁੰਦੀ ਹੈ, ਇਹ ਅਲੱਗ ਹੀ ਬਾਡੀ ਹੁੰਦੀ ਹੈ। ਇੱਕੋ ਸੈੱਲ ਹੁੰਦਾ ਹੈ, ਉਹੀ ਸੈੱਲ ਇਹਦੀ ਬਾਡੀ ਹੁੰਦੀ ਹੈ। ਜਿਵੇਂ ਕਿ ਇਸ ਦੇ ਉਲਟ ਪੌਦਾ ਸੈੱਲ ਜਾਂ ਮਨੁੱਖ ਹਨ ਜੋ, ਇਹਨਾਂ ਵਿੱਚ ਲੱਖਾਂ ਕਰੋੜਾਂ ਅਰਬਾਂ ਸੈੱਲ ਪਾਏ ਜਾਂਦੇ ਹਨ। ਜਿਵੇਂ ਦਿਲ ਦੀ ਆਪਾਂ ਗੱਲ ਕੀਤੀ ਹੈ, ਮਿਹਦੇ ਦੀ ਗੱਲ ਕੀਤੀ ਹੈ, ਅੱਖਾਂ ਦੀ ਗੱਲ ਕੀਤੀ ਹੈ, ਅੰਡਾਣੂ ਦੀ ਗੱਲ ਕੀਤੀ ਹੈ, ਸ਼ੁਕਰਾਣੂ ਦੀ ਗੱਲ ਕੀਤੀ ਹੈ, ਨਾੜੀ ਸੈੱਲਾਂ ਦੀ ਗੱਲ ਕੀਤੀ ਹੈ, ਕਿੰਨੇ ਤਰ੍ਹਾਂ ਦੇ ਬੇਟੇ ਸੈੱਲ ਪਾਏ ਜਾਂਦੇ ਹਨ। ਪਰ ਜੋ ਪ੍ਰੋਕੈਰੀਓਟਿਕ ਸੈੱਲ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ। ਇਹਨਾਂ ਵਿੱਚ ਸਿੰਪਲ ਇੱਕੋ ਸੈੱਲ ਹੁੰਦਾ ਹੈ, ਉਹੀ ਇਹਨਾਂ ਦੀ ਬਾਡੀ ਹੁੰਦੀ ਹੈ ਅਤੇ ਬਿਲਕੁਲ ਸਿੰਪਲ ਸਟਰਕਚਰ ਹੁੰਦਾ ਹੈ। ਕੋਈ ਨਿੱਕੜ ਅੰਕ ਨਹੀਂ ਹੁੰਦਾ, ਕੋਈ ਨਿਊਕਲੀਅਸ ਨਹੀਂ ਹੁੰਦਾ, ਕੋਈ ਕੇਂਦਰਕ ਝਿੱਲੀ ਨਹੀਂ ਹੁੰਦੀ ਇਹਨਾਂ ਦੇ ਵਿੱਚ। ਠੀਕ ਹੈ ਜੀ, ਆਹ ਹੈ ਯੂਕੈਰੀਓਟਿਕ ਸੈੱਲ ਬੇਟੇ। ਇਹਦੇ ਵਿੱਚ ਤੁਹਾਨੂੰ ਸਭ ਨਿੱਕੜੇ ਅੰਕ ਪਾਏ ਜਾਂਦੇ ਹਨ। ਇਸ ਦੇ ਵਿੱਚ ਨਿਊਕਲੀਅਸ ਵੀ ਕਲੀਅਰ ਨਜ਼ਰ ਆ ਰਿਹਾ ਹੈ, ਤੁਹਾਨੂੰ ਮਾਈਟੋਕੌਂਡਰੀਆ ਵਗੈਰਾ ਵਗੈਰਾ ਨਜ਼ਰ ਆ ਰਹੇ ਹਨ। ਇਹ ਜਿਹੜੇ ਸਭ ਸਲਾਈਡਾਂ ਹਨ ਇਹ 'ਚ ਤੁਹਾਨੂੰ ਰਾਈਬੋਸੋਮਸ, ਮਾਈਟੋਕੌਂਡਰੀਆ, ਐਂਡੋਪਲਾਜ਼ਮਿਕ ਰੈਟੀਕੂਲਮ ਨਜ਼ਰ ਆ ਰਹੇ ਹਨ। ਇਹ ਸਾਰੇ ਯੂਕੈਰੀਓਟਿਕ ਸੈੱਲ ਦੇ ਹਿੱਸੇ ਹਨ। ਇਹ ਸਭ ਚੀਜ਼ਾਂ ਜਿਹੜੀਆਂ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਨਹੀਂ ਪਾਈਆਂ ਜਾਂਦੀਆਂ। ਇਸ ਚਿੱਤਰ ਦੇ ਵਿੱਚ ਤੁਹਾਨੂੰ ਮਾਈਟੋਕੌਂਡਰੀਆ ਕਲੀਅਰ ਨਜ਼ਰ ਆ ਰਿਹਾ ਹੈ। ਮਾਈਟੋਕੌਂਡਰੀਆ ਦਾ ਸਟਰਕਚਰ ਕੀ ਹੁੰਦਾ ਹੈ? ਇਸ ਦੀ ਇੱਕ ਉੱਤਰੀ ਪਰਤ ਹੁੰਦੀ ਹੈ, ਇੱਕ ਅੰਦਰੂਨੀ ਪਰਤ ਹੁੰਦੀ ਹੈ, ਕ੍ਰਿਸਟੇ ਹੁੰਦੇ ਹੈ, ਮੈਟ੍ਰਿਕਸ ਹੁੰਦਾ ਹੈ। ਬੇਟੇ ਇਸ ਤਰ੍ਹਾਂ ਦੀ ਡਾਇਗਰਾਮਸ ਤੁਹਾਡੀ ਅੱਗੇ ਜਾ ਕੇ ਬਹੁਤ ਕੰਮ ਆਉਣਗੀਆਂ। ਕਈ ਵਾਰ ਇਸ ਤਰ੍ਹਾਂ ਦੇ ਚਿੱਤਰ ਵੀ ਤੁਹਾਨੂੰ ਦੇਖਣ ਨੂੰ ਮਿਲਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਭ ਜੋ ਦੱਸਿਆ ਗਿਆ ਹੈ ਉਹ ਕਲੀਅਰ ਨਜ਼ਰ ਆ ਰਿਹਾ ਹੋਵੇਗਾ ਅਤੇ ਤੁਹਾਨੂੰ ਸਮਝ ਵੀ ਆ ਚੁੱਕੀ ਹੋਊਗੀ ਅਤੇ ਤੁਸੀਂ ਇਸ ਦੀ ਰਿਵੀਜ਼ਨ ਵੀ ਕਰੋਗੇ।